This was the first time कि Forbes is investing in a real estate project in India. ਵਿਜ਼ਨ ਕੀ ਸੀ ਇਸ ਨੂੰ ਇੰਡੀਆ ਵਿੱਚ ਲੈ ਕੇ ਆਉਣ ਦਾ? Kind of product that is in the market as to ਸੋਨਾ ਕੋਈ product ਹੋਣਾ ਨਹੀਂ। ਤਾਂ ਚੰਡੀਗੜ੍ਹ ਦੇ ਲੋਕ ਐਨਸੀਆਰ ਦੇ ਵਿੱਚ ਜਾ ਕੇ ਜੇ ਇਨਵੈਸਟ ਕਰਨ ਤਾਂ ਕਿਉਂ ਕਰਨ, ਤੁਹਾਡਾ ਕੀ ਮੰਨਣਾ? ਜਿਹੜੀ ਇਨਵੈਸਟਮੈਂਟਸ ਨੇ ਉਹ ਸਾਡੀਆਂ ਡਾਈਵਰਸਿਫਾਈ ਹੋਣੀਆਂ ਬਹੁਤ ਜ਼ਰੂਰੀ ਨੇ। ਅਸੀਂ ਇੱਕ ਬਕਟ 'ਚ ਸਾਰੀਆਂ ਇਨਵੈਸਟਮੈਂਟ ਸਾਨੂੰ ਨਹੀਂ ਰੱਖਣੀਆਂ ਚਾਹੀਦੀਆਂ। ਤੁਹਾਨੂੰ ਲੱਗਦਾ ਹੈ ਕਿ ਇਨਵੈਸਟਮੈਂਟ ਦੇ ਪੱਖ ਤੋਂ ਉਹਦੇ ਲਈ ਕਿੰਨਾ ਜ਼ਿਆਦਾ ਬੈਟਰ ਰਹੇਗਾ? तो इसकी लोकेशन बहुत अच्छी है, आने वाले इसमें टाइम में एप्रिसिएशन बहुत अच्छी होने वाली है फ्लैट्स में। एक रिच फील भी आए और एक लग्जरियस फील भी आए, तो उसी को देखते हुए फोर्ब्स को हम जब इंडिया लेके आए हैं। ਫੈਮਿਲੀ ਹੈ ਤਾਂ ਫॉर श्योर ਚਿਲड्रन ਵੀ ਨੇ ਉਹਦੇ ਚ, ਬਜ਼ੁਰਗ ਵੀ ਨੇ, ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਫੈਸਿਲਿਟੀਜ਼ ਨੂੰ ਕ੍ਰੀਏਟ ਕਰ ਰਹੇ? और टेनिस कोर्ट और बास्केटबॉल कोर्ट और क्रिकेट के लिए भी, और काफ़ी एमिनिटीज़ हमने डेवलप की हैं। इसमें करीबन 60 से 65 एमिनिटीज़ हमने डेवलप करी हैं। इस प्रोजेक्ट की वैल्यूएशन इतनी जेन्युइन और रियलिस्टिक है कि इसके अंदर 3 इयर्स के अंदर ये 90 to 100% अप्रिशिएट करेगा ही करेगा। और ये जो बेल्ट है जहाँ पे ये प्रोजेक्ट है बहुत ही हाईली एक्टिव, हाईली कमर्शलाइज एंड हाईली रेजिडेंशियल एरिया है। ਫੋਰਬਸ ਇੱਕ ਅਜਿਹਾ ਬ੍ਰਾਂਡ ਹੈ ਜਿਸ ਨੂੰ ਐਕਸਪਲੇਨ ਜਾਂ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ। ਫੋਰਬਸ ਇੱਕ ਅਜਿਹਾ ਮਸ਼ਹੂਰ ਮੈਗਜ਼ੀਨ ਹੈ ਜਿਸ ਦੇ ਵਿੱਚ ਤਸਵੀਰ ਆਵੇ ਤਾਂ ਲੋਕ ਇਸ ਚੀਜ਼ ਲਈ ਤਰਸਦੇ ਨੇ। ਉਹੀ ਫੋਰਬਸ ਹੈ ਜਿਹੜਾ ਉਹ ਹੁਣ ਇੰਡੀਆ ਦੇ ਵਿੱਚ ਆਇਆ ਪ੍ਰੋਜੈਕਟ ਲੈ ਕੇ ਪ੍ਰਾਪਰਟੀ ਦੇ ਸੰਬੰਧ ਵਿੱਚ। ਜੀ ਹਾਂ, ਫੋਰਬਸ ਗਲੋਬਲ ਪ੍ਰਾਪਰਟੀਜ਼ ਹੈ ਜਿਹੜਾ ਉਹ ਹੁਣ ਇੰਡੀਆ ਦੇ ਵਿੱਚ ਆ ਚੁੱਕਿਆ ਹੈ ਤੇ ਇੱਕ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਦਿੱਲੀ ਐਨਸੀਆਰ ਦੇ ਏਰੀਏ ਦੇ ਵਿੱਚ ਲੈ ਕੇ ਆ ਰਹੇ ਨੇ। ਉਸ ਸਾਰੇ ਪ੍ਰੋਜੈਕਟ ਨੂੰ ਦੇਖਣ ਵਾਲੇ ਜੋ ਹਰਜੀਤ ਸਿੰਘ ਸੱਭਰਵਾਲ ਨੇ ਉਹ ਸਾਡੇ ਨਾਲ ਨੇ। ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ ਔਰ ਬਹੁਤ-ਬਹੁਤ ਥੈਂਕ ਯੂ ਸਾਨੂੰ ਆਪਣੇ ਪ੍ਰੋਗਰਾਮ 'ਚ ਬੁਲਾਉਣ ਵਾਸਤੇ। ਹਰਜੀਤ ਜੀ, ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਤਾਂ ਫੋਰਬਸ ਇੰਡੀਆ ਦੇ ਵਿੱਚ ਆਇਆ ਤਾਂ ਸਭ ਤੋਂ ਪਹਿਲਾਂ ਵਿਜ਼ਨ ਕੀ ਸੀ ਇਸ ਨੂੰ ਇੰਡੀਆ ਵਿੱਚ ਲੈ ਕੇ ਆਉਣ ਦਾ? ਦੇਖੋ ਜੀ, ਬਹੁਤ ਸਿੰਪਲ ਗੱਲ ਹੈਗੀ ਕਿ ਇੰਡੀਆ ਇੰਨੀ ਫਾਸਟ ਗਰੋਇੰਗ ਇਕੋਨਮੀ ਹੈਗੀ ਐਂਡ ਕਰੰਟ ਜਿਹੜੀ ਜੀਓਪੋਲੀਟੀਕਲ ਸਿਚੁਏਸ਼ਨ ਹੈ ਤੁਸੀਂ ਦੇਖਿਓ ਮਿਡਲ ਈਸਟ ਲੋਕੀ ਹੁਣੇ ਯੂਰਪ 'ਚ ਇਨਵੈਸਟਮੈਂਟ ਕਰਦੇ ਹੋਏ 2 ਵਾਰ ਸੋਚਦੇ ਨੇ। ਸੋ ਦਿਸ ਵਾਜ਼ ਅ ਪਰਫੈਕਟ ਟਾਈਮਿੰਗ ਜਿਹੜਾ ਅਸੀਂ ਸੋਚਿਆ ਕਿ ਫੋਰਬਸ ਐਜ਼ ਅ ਬ੍ਰਾਂਡ ਅਸੀਂ ਇੰਡੀਆ 'ਚ ਲੈ ਕੇ ਆਈਏ ਐਂਡ this was the first time कि Forbes is investing in a real estate project in India and no better place than Noida ਜਿਹਦੇ 'ਚ ਅਸੀਂ ਇਹਨੂੰ ਲੈ ਕੇ ਆਏ ਹਾਂ because ਤੁਸੀਂ ਦੇਖਿਆ ਹੋਣਾ ਹੈ ਕਿਸ ਤਰੀਕੇ ਨਾਲ Noida has been growing. UP is always going in the blessings of honorable CM Yogi ji and PM Modi ji. ਤੁਸੀਂ ਦੇਖੋ ਇਨੀਸ਼ੀਅਲੀ ਹੁਣੇ ਜੇਵਰੀਆ Noida International Airport ਵੀ ਲਾਂਚ ਹੋਇਆ ਹੈ। ਸੋ ਟਾਈਮਿੰਗ ਬਹੁਤ ਪਰਫੈਕਟ ਹੈ and I think so the kind of product that is in the market as to ਸੋਨਾ ਕੋਈ product ਹੋਣਾ ਨਹੀਂ। ਜੀ, ਤੁਸੀਂ ਅੱਜ ਚੰਡੀਗੜ੍ਹ ਆਏ ਹੋ, ਚੰਡੀਗੜ੍ਹ ਦੇ ਵਿੱਚ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਹੈ, ਇੱਥੋਂ ਦੇ ਲੋਕਾਂ ਨੂੰ ਦੱਸਿਆ ਕਿ ਇਹ ਪ੍ਰੋਜੈਕਟ ਦੇ ਵਿੱਚ ਕੀ ਕੁਝ ਹੈ। ਤਾਂ ਚੰਡੀਗੜ੍ਹ ਦੇ ਲੋਕ ਐਨਸੀਆਰ ਦੇ ਵਿੱਚ ਜਾ ਕੇ ਜੇ ਇਨਵੈਸਟ ਕਰਨ ਤਾਂ ਕਿਉਂ ਕਰਨ, ਤੁਹਾਡਾ ਕੀ ਮੰਨਣਾ? ਬਹੁਤ ਸੋਹਣੇ ਸਵਾਲ ਹੈ ਜੀ ਔਰ ਦਿਸ ਇਜ਼ ਵਨ ਆਫ ਦ ਮੋਸਟ ਟਾਕਡ ਅਬਾਊਟ ਕੁਐਸਚਨ ਔਰ ਮੈਂ ਬਹੁਤ ਸਿੰਪਲੀ ਕਹਿਣਾ ਕਿ ਜਿਹੜੀ ਇਨਵੈਸਟਮੈਂਟਸ ਨੇ ਉਹ ਸਾਡੀਆਂ ਡਾਈਵਰਸਿਫਾਈ ਹੋਣੀਆਂ ਬਹੁਤ ਜ਼ਰੂਰੀ ਨੇ। ਅਸੀਂ ਇੱਕ ਬਕਟ 'ਚ ਸਾਰੀਆਂ ਇਨਵੈਸਟਮੈਂਟ ਸਾਨੂੰ ਨਹੀਂ ਰੱਖਣੀਆਂ ਚਾਹੀਦੀਆਂ। ਮਾਈ ਮੋਮ ਆਲਵੇਜ਼ ਯੂਜ਼ਡ ਟੂ ਸੇ ਕਿ ਵੈਨ ਆਈ ਵਾਜ਼ ਅ ਕਿਡ ਕਿ ਜਿਸ ਤਰ੍ਹਾਂ ਅਸੀਂ ਟਰੈਵਲ ਕਰਨੇ ਆ ਤੇ ਸਾਰੇ ਪੈਸੇ ਇੱਕੋ ਬਕਸੇ 'ਚ ਨਾ ਰੱਖਣਾ, ਜੇ ਕੋਈ ਉਹੀ ਬਕਸਾ ਚੋਰੀ ਹੋ ਗਿਆ ਦੈਨ ਯੂ ਵਿਲ ਬੀ ਲੈਫਟ ਵਿਦ ਨਥਿੰਗ। ਸੋ ਸਿਮਿਲਰਲੀ ਮੈਂ ਇਹ ਕਹਿਣਾ ਸਾਰੇ ਇਨਵੈਸਟਰਸ ਨੂੰ ਕਿ ਯੈਸ ਚੰਡੀਗੜ੍ਹ ਇਜ਼ ਅ ਟਰਾਈ ਸਿਟੀ, ਇਟ ਇਜ਼ ਬਿਊਟੀਫੁਲ ਟੂ ਇਨਵੈਸਟ, ਆਈ ਹੈਵ ਨਥਿੰਗ ਅਗੇਂਸਟ ਇਟ, ਬਟ ਐਜ਼ ਅ ਸੈਕਿੰਡ ਬੈਸਟ ਇਨਵੈਸਟਮੈਂਟ ਆਪਸ਼ਨ ਨੋਇਡਾ 'ਚ ਇਹ ਜਿਹੜਾ ਪ੍ਰੋਜੈਕਟ ਹੈ ਸਾਡਾ ਫੋਰਬਸ ਬ੍ਰਾਂਡ, ਫੋਰਬਸ ਹੈ backed by Supreme Court ਹੈਗਾ। ਸੋ ਇਟ ਹੈਜ਼ ਆਲ ਦ ਟਿਕ ਮਾਰਕਸ ਦੈਟ ਆਰ ਰਿਕੁਆਇਰਡ ਐਂਡ ਪਲੱਸ ਅਗਰ ਤੁਸੀਂ ਦੇਖੋ ਜਿਸ ਤਰ੍ਹਾਂ ਮੈਂ ਤੁਹਾਡੀ ਲਾਸਟ ਸ਼ੋਅ 'ਚ ਵੀ ਮੈਂ ਇਹ ਅਰਦਾਸ ਕੀਤੀ ਸੀ ਔਰ ਮੈਂ ਦੱਸਿਆ ਸੀਗਾ ਕਿ ਵੀ ਆਰ ਆਲਸੋ ਹੈਵਿੰਗ ਦਿਸ AQI ਮੈਨੇਜ ਪ੍ਰੋਜੈਕਟ ਜਿਹਦੇ 'ਚ ਈਵਨ ਵਾਟਰ ਇਜ਼ ਟਰੀਟਡ। ਸੋ ਜਿਹੜਾ ਵਾਟਰ ਵੀ ਤੁਹਾਡੇ ਟੈਪਸ 'ਚ ਆਏਗਾ ਦੈਟ ਇਜ਼ ਆਲਸੋ ਫਿਲਟਰਡ ਵਾਟਰ, ਨਹੀਂ ਤੇ TDS ਲੈਵਲ ਦਿੱਲੀ NCR 'ਚ ਬਹੁਤ ਹਾਈ ਹੁੰਦਾ ਹੈ। AQI ਆਫ ਲੇਟ ਬਹੁਤ ਕੰਟਰੋਲਡ ਹੈ। ਅੱਜ ਮੈਂ ਦੇਖ ਰਿਹਾ ਸੀ ਚੰਡੀਗੜ੍ਹ 45 AQI ਹੈਗਾ, ਦਿੱਲੀ ਵੀ ਅਬਾਊਟ 65 to 67 ਹੈ ਵਿਚ ਇਜ਼ ਗੁੱਡ, ਬਟ ਦਿਸ ਇਜ਼ ਨਾਟ ਐਵਰੀ ਟਾਈਮ। ਇਹ ਬਾਰਿਸ਼ਾਂ ਦੇ ਟਾਈਮ 'ਚ ਹੁੰਦਾ ਹੈ, ਬਟ ਸਿਮਿਲਰ ਕਾਈਂਡ ਆਫ ਐਨ AQI ਅਗਰ ਤੁਹਾਨੂੰ ਐਵਰੀਡੇ ਲਿਵਿੰਗ ਵਾਸਤੇ ਮਿਲ ਜਾਏ, ਹੈਲਥ ਇਜ਼ ਵੈਲਥ, ਇਸ ਤੋਂ ਸੋਹਣੀ ਚੀਜ਼ ਕੀ ਹੋ ਸਕਦੀ ਹੈ? ਨਥਿੰਗ। ਜੀ, ਅਗਰ ਕਾਸਟ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਹੁਣ ਇਹ ਵੀ ਆਏਗਾ ਕਿ ਦਿੱਲੀ 'ਚ NCR 'ਚ ਤਾਂ ਕਾਸਟ ਜ਼ਿਆਦਾ ਹੋਏਗੀ, ਜੇ ਬਹੁਤ ਜ਼ਿਆਦਾ ਲਗਜ਼ਰੀਅਸ ਦੇ ਰਹੇ ਹੋ ਤਾਂ ਉਹਦੀ ਵੀ ਕਾਸਟ ਜ਼ਿਆਦਾ ਹੋਏਗੀ। ਸੋ ਕਾਸਟ ਦੇ ਮਾਮਲੇ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ, ਆਡੀਅנס ਨੂੰ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹਨਾਂ ਤੁਹਾਡੇ ਨਾਲ ਇਹ ਚੀਜ਼ ਸਾਂਝੀ ਕਰਨਾ ਚਾਹਾਂਗਾ ਗੱਲ ਕਿ ਜਿਹੜਾ ਚੰਡੀਗੜ੍ਹ 'ਚ ਕਾਸਟਿੰਗ ਹੈ ਉਸ ਤੋਂ ਬਹੁਤ ਮੋਡਰੇਟ ਕਾਸਟ ਹੈ ਐਂਡ ਸਿਮਿਲਰ ਕਾਸਟਿੰਗਸ ਤੁਹਾਨੂੰ ਅਗਰ ਇੱਕ ਫੋਰਬਸ ਜਿਸ ਤਰ੍ਹਾਂ ਦਾ ਬ੍ਰਾਂਡ ਦਿੱਲੀ NCR 'ਚ ਮਿਲਦਾ ਹੈ। ਕਾਸਟਿੰਗ ਮੈਂ ਰਿਕੁਐਸਟ ਕਰਾਂਗਾ ਤੁਹਾਡੇ ਸਾਰੇ ਦਰਸ਼ਕਾਂ ਨੂੰ ਦੈਟ one on one ਜਦੋਂ ਅਸੀਂ ਬੈਠਾਂਗੇ ਆਈ ਡਿਸਕਲੋਜ਼ ਇਟ, ਬਟ what I can guarantee is through your channel
that similar costing, it is not too highly placed. ਇਹ ਨਹੀਂ ਹੈਗਾ ਕਿ ਅਸੀਂ ਦਾ 30,000 ਰੁਪਏ per square feet ਦਾ ਰੇਟ ਰੱਖਿਆ ਹੈ. It is about somewhere between 12 to 13,000 rupees per square feet. Obviously if and buts ਹੋਣਗੇ depending on what product it is, PLCs ਕੀ ਨੇ and everything. ਉਹ detailing 'ਚ ਅਸੀਂ ਬਹਿ ਜਾਵਾਂਗੇ ਬਾਅਦ 'ਚ, but it is a very fine product. ਜਿਹਦੀ ਪ੍ਰਾਈਸਿੰਗ ਅਸੀਂ ਬਹੁਤ ਸਿਸਟਮੈਟਿਕਲੀ ਰੱਖੀ ਹੈ. ਰੀਜ਼ਨ ਉਹਦਾ ਇਹ ਸੀਗਾ ਕਿ ਵੀ ਵਾਂਟਡ ਟੂ ਹੈਵ ਦੈਟ ਕਲਾਇੰਟ ਬੇਸ ਜਿਹੜਾ ਬਹੁਤ ਜ਼ਿਆਦਾ ਨਹੀਂ ਖਰਚ ਕਰ ਪਾ ਰਿਹਾ, ਬਟ ਹੀ ਨੀਡਸ ਦ ਬੈਸਟ ਆਫ ਸਰਵਿਸਿਜ਼. ਸੋ ਫੋਬਸ ਅਗਰ ਬ੍ਰਾਂਡ ਆ ਰਿਹਾ ਹੈ, ਸਰਵਿਸ ਇਜ਼ ਨਾਟ ਅ ਡਾਊਟ ਐਟ ਆਲ. ਇੱਕ ਥੋੜਾ ਜਿਹਾ ਐਕਸਪਲੇਨ ਕਰ ਦਿਓ, ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਹੇਠਾਂ ਮੋਨੀਟਰਿੰਗ ਹੈ ਸੁਪਰੀਮ ਕੋਰਟ ਦੀ ਸਾਰੀ, ਉਹ ਕਿੱਦਾਂ ਹੈ ਤੇ ਉਹਦਾ ਜਿਹੜੇ ਇਨਵੈਸਟਰਸ ਨੇ ਕਿਸ ਤਰ੍ਹਾਂ ਉਹ ਫਾਇਦਾ ਹੋਏਗਾ, ਥੋੜਾ ਜਿਹਾ ਐਕਸਪਲੇਨ ਜ਼ਰੂਰ ਕਰੋ. ਦੇਖੋ ਬਹੁਤ ਸਿੰਪਲ ਹੈਗਾ. ਦਿਸ ਇਨਵੈਸਟਮੈਂਟ ਵਾਜ਼ ਪਹਿਲਾਂ ਅਮਰਪਾਲੀ ਗਰੁੱਪ ਸੀਗਾ ਜਿਹਦਾ ਇਹ ਪ੍ਰੋਜੈਕਟ ਸੀਗਾ. ਸੋ ਇਟਸ ਅ ਸਕ੍ਰੈਚ ਪ੍ਰੋਜੈਕਟ. ਉਹ NCLT 'ਚ ਗਿਆ, ਉੱਥੋਂ ਬਿਡਿੰਗ ਕਰਕੇ ਵੀ ਟੁਕ ਇਟ. ਸੋ ਸੁਪਰੀਮ ਕੋਰਟ ਇਜ਼ ਮੋਨੀਟਰਿੰਗ ਦੀ ਕੰਪਲੀਟ ਪ੍ਰੋਜੈਕਟ. NBCC ਕੰਸਟਰਕਟ ਕਰ ਰਿਹਾ. ਸੋ ਆਲਰੇਡੀ ਜਿਹੜੇ ਫੰਡਸ ਫॉर ਕੰਸਟਰਕਸ਼ਨ ਸੀਗੇ, ਇਟ ਇਜ਼ ਡਿਪੋਜ਼ਿਟਡ ਵਿਦ ਦੀ ਆਨਰੇਬਲ ਕੋਰਟ. ਔਰ ਉਹ ਜਿਹੜੇ ਫੰਡਸ ਨੇ ਉਹਨਾਂ ਨੂੰ ਜ਼ਬਰਦਸਤ ਤਰੀਕੇ ਨਾਲ ਕੰਸਟਰਕਸ਼ਨ ਵਾਸਤੇ ਇਹਨੂੰ ਯੂਜ਼ ਕੀਤਾ ਜਾ ਰਿਹਾ ਹੈ. ਇਟਸ ਅ ਥਰਡ, ਔਰ ਜਿਹੜਾ ਕੰਸਟਰਕਸ਼ਨ ਕੰਪਨੀ ਹੈਗੀ ਹੈ ਉਹ ਵੀ ਇਜ਼ ਮੋਨੀਟਰਡ ਅੰਡਰ ਦੀ ਆਨਰੇਬਲ ਸੁਪਰੀਮ ਕੋਰਟ, ਬਿਕੋਜ਼ NBCC ਸਾਰਾ ਦੇਖ ਰਿਹਾ. ਸੋ ਜਿਹੜਾ ਇੱਕ ਕਲਾਇੰਟ ਦੇ ਦਿਮਾਗ 'ਚ ਇੱਕ ਡਰ ਹੁੰਦਾ ਸੀਗਾ ਕਿ ਯਾਰ ਅਸੀਂ ਇਨਵੈਸਟ ਕਰਾਂਗੇ, ਕੀ ਸਾਨੂੰ ਐਂਡ ਪ੍ਰੋਡਕਟ ਮਿਲੇਗਾ ਨਹੀਂ ਮਿਲੇਗਾ, ਕਿਵੇਂ ਦਾ ਮਿਲੇਗਾ. ਯੈਸ. ਸੋ ਕੁਆਲਿਟੀ ਇਜ਼ ਚੈੱਕਡ, ਡਿਲੀਵਰੀ ਇਜ਼ ਚੈੱਕਡ ਐਂਡ ਦੀ ਪੇਪਰ ਵਰਕ ਇਜ਼ ਚੈੱਕਡ, ਬਿਕੋਜ਼ ਔਰ ਇਹੋ ਜਿਹਾ ਪ੍ਰੋਜੈਕਟ ਹੈ. ਇਨਫੈਕਟ ਆਈ ਵੁੱਡ ਆਲਸੋ ਲਾਈਕ ਟੂ ਟੈਲ ਯੂ ਜਿਹਦੇ 'ਚ ਕੋਈ GST ਨਹੀਂ ਹੈ और कोई रेरा नहीं है, क्योंकि सुप्रीम कोर्ट डायरेक्टली इन्वॉल्व है. सो इट इज़ वन ऑफ अ काइंड ऑफ अ प्रोजेक्ट. और अगर कोई जेन्युइनली इफ समवन इज लुकिंग एट इन्वेस्टमेंट, यू कांट गेट बेटर डील दैन दिस. ਇੱਕ ਮੈਸੇਜ ਇਨਵੈਸਟਰਸ ਨੂੰ ਕੀ ਦੇਣਾ ਚਾਹੋਗੇ ਲਾਸਟ? मैं कहांगा कि जिस तरह मोदी जी की एक मुहिम है कि आत्मनिर्भर भारत, एक स्टैप है टूवर्ड्स इट. यू कैन सी फॉरन ब्रांड्स कमिंग इन टू इंडिया, बिकॉज इंडिया जिस तरीके नाल डेवलपिंग इकोनॉमी एंड असी नंबर 4 नंबर 5 ਦੇ ਲਾਗੇ ਛਾਗੇ ਹੈਗੇ, ਐਂਡ ਵੀ ਆਰ ਏਮਿੰਗ ਫॉर ਨੰਬਰ 3 in many years to come. So construction wise, we should encourage such brands to coming to India, and it is backed by Supreme Court. मैं ये चाहना कि ਇਹ project ਨੋਇਡਾ 'ਚ ਫਟਾਫਟ ਵਿਕੇ ਔਰ ਤੁਹਾਡੇ ਚੰਡੀਗੜ੍ਹ 'ਚ ਵੀ ਅਸੀਂ ਫੋਕਸ ਨੂੰ ਲੈ ਕੇ ਆਈਏ. ਬਹੁਤ ਬਹੁਤ ਧੰਨਵਾਦ ਤੁਹਾਡਾ. ਥੈਂਕ ਯੂ ਸੋ ਮਚ. ਸੋ ਇਹ ਸਨ ਹਰਜੀਤ ਸਿੰਘ ਸੱਭਰਵਾਲ ਜਿਹੜੇ ਇਸ ਸਾਰੇ ਪ੍ਰੋਜੈਕਟ ਦੀ ਮੋਨੀਟਰਿੰਗ ਕਰ ਰਹੇ ਨੇ. ਤੇ ਹੁਣ ਆਪਾਂ ਗੱਲਬਾਤ ਹੈ ਜਿਹੜੀ ਕੁਝ ਇਨਵੈਸਟਰਸ ਨਾਲ ਕਰਾਂਗੇ, ਇਹਨਾਂ ਦੇ ਟੀਮ ਮੈਂਬਰਸ ਨਾਲ ਗੱਲ ਕਰਾਂਗੇ, ਜਿਸ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛਾਂਗੇ ਕਿ ਪ੍ਰੋਜੈਕਟ ਕਿਉਂ ਬਿਹਤਰ ਹੈ. ਸੋ ਚੱਲਦੇ ਹਾਂ ਉਹਨਾਂ ਦੇ ਵੱਲ. ਸੋ ਸਾਡੇ ਨਾਲ ਇਸ ਸਮੇਂ ਡਾਕਟਰ ਮਨਜੀਤ ਨੇ, ਜੋ ਕਿ ਇਨਵੈਸਟਰ ਨੇ. ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ. ਸਤਿ ਸ਼੍ਰੀ ਅਕਾਲ, ਥੈਂਕ ਯੂ. ਡਾਕਟਰ ਸਾਹਿਬ, ਤੁਸੀਂ ਐਜ਼ ਅ ਇਨਵੈਸਟਰ NCR ਦੇ ਵਿੱਚ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਲੱਗ ਰਿਹਾ, ਇਹਨੂੰ ਕਿਵੇਂ ਦੇਖਦੇ ਹੋ? ਜਿਹੜਾ ਨੋਇਡਾ ਵੈਸਟ ਦੀ ਅਗਰ ਗੱਲ ਕਰੀਏ, ਗੌਰ ਸਿਟੀ ਦੇ ਅਰਾਊਂਡ ਜਿਹੜੇ ਪ੍ਰੋਜੈਕਟਸ ਆ ਰਹੇ ਨੇ, ਇਟ ਇਜ਼ ਸਪੋਜ਼ ਟੂ ਬੀ ਸਭ ਤੋਂ ਹਾਈਐਸਟ ਬਿਲਡਿੰਗ ਉੱਥੇ ਜਨਰੇਟ ਹੋਏਗੀ. ਇਸ ਸਰਾਊਂਡਿੰਗ ਅਗਰ ਤੁਸੀਂ ਦੇਖੋਗੇ ਤਾਂ ਤੁਸੀਂ ਇੱਕ ਅਲੱਗ ਬਿਲਡਿੰਗ, ਅਲੱਗ ਨਿਸ਼ਾਨ ਤੁਹਾਨੂੰ ਦਿਖੇਗਾ, ਤੇ ਵਿਚ ਵਿਲ ਐਕਟ ਐਜ਼ ਐਨ ਅਟਰੈਕਸ਼ਨ ਹੈ ਤੁਹਾਡਾ ਆਪਣੇ. ਔਰ ਜਦੋਂ ਅਸੀਂ ਫੋਰਬਸ ਦੀ ਗੱਲ ਕਰੀਏ, ਇਟ ਇਜ਼ ਅ ਪ੍ਰੀਮੀਅਰ ਇਨ ਲਗਜ਼ਰੀ. ਤੁਸੀਂ ਅਗਰ ਫੋਰਬਸ ਮੈਗਜ਼ੀਨ ਦੀ ਗੱਲ ਕਰਦੇ ਹੋ ਤਾਂ ਇਟ ਇਜ਼ ਨੋਨ ਇਨ ਦ ਵਰਲਡ ਫॉर ਮੋਰ ਦੈਨ 100 ਈਅਰਸ, ਤੇ ਉਹ ਲੈਗੇਸੀ ਕੈਰੀ ਕਰ ਰਹੇ ਨੇ ਆਪਣੇ ਪ੍ਰੋਜੈਕਟਸ ਦੇ ਨਾਲ. ਸੋ ਵੀ ਬਿਲੀਵ ਉਹ ਕੁਆਲਿਟੀ ਤੇ ਕਿਤੇ ਕੰਪਰੋਮਾਈਜ਼ ਨਹੀਂ ਹੋਏਗਾ. ਸੋ ਵੀ ਹੈਵ ਸੀਨ ਇਨ ਦ ਪ੍ਰੈਜੈਂਟੇਸ਼ਨ ਕਿ ਬਹੁਤ ਹੀ ਮਾਈਨਿਊਟੈਸਟ ਡਿਟੇਲਸ ਤੇ ਵੀ ਕੰਮ ਕੀਤਾ ਗਿਆ. ਪ੍ਰੈਜੈਂਟੇਸ਼ਨ ਦੇ ਵਿੱਚ ਕੀ ਚੀਜ਼ਾਂ ਜਿਹੜੀਆਂ ਤੁਹਾਨੂੰ ਬਹੁਤ ਪਸੰਦ ਆਈਆਂ? ਦੇਖੋ, ਜ਼ਿਆਦਾਤਰ ਜਿਹੜੇ ਪ੍ਰੋਜੈਕਟਸ ਹੁੰਦੇ ਨੇ ਉਹ ਬਾਹਰੋਂ ਤੇ ਬਹੁਤ ਵਧੀਆ ਦਿਖਦੇ ਨੇ, ਵੈਨ ਯੂ ਲੁੱਕ ਐਟ ਦੈਮ, ਵੈਨ ਯੂ ਲੁੱਕ ਐਟ ਦ ਪ੍ਰੈਜੈਂਟੇਸ਼ਨਸ, ਬਟ ਉਹਦੀ ਜਿਹੜੀ ਫਾਈਨੈਸ ਹੈ, ਈਵਨ ਟੂ ਦੀ ਡਿਟੇਲੈਸਟ ਮਾਈਨਿਊਟੈਸਟ ਥਿੰਗਸ, ਉਹ ਉਹਨਾਂ ਨੇ ਕਵਰ ਅਪ ਕੀਤੀਆਂ ਨੇ. ਮੈਂ ਇੱਕ ਐਗਜ਼ਾਮਪਲ ਦਿੰਦਾ, ਜਿਸ ਤਰ੍ਹਾਂ AQI ਦੀ ਗੱਲ ਕਰ ਰਹੇ ਸੀਗੇ. ਬੜੇ ਸਾਰੇ ਪ੍ਰੋਜੈਕਟਸ ਕਹਿੰਦੇ ਨੇ ਕਿ ਅਸੀਂ ਪਲਾਂਟੇਸ਼ਨ ਕਰਦੇ ਹਾਂ ਜਿਹਦੇ ਨਾਲ AQI ਲੈਸ ਹੋ ਜਾਂਦਾ, ਬਟ ਦੇ ਹੈਵ ਗੋਟ ਵੈਰੀ ਯੂਨੀਕ ਫੀਚਰਸ ਜਿਹੜੇ ਇਹਨਾਂ ਨੇ ਇੰਸਟਾਲ ਕੀਤੇ ਨੇ ਆਪਣੇ ਸਿਸਟਮ ਵਿੱਚ, ਵਿਚ ਬ੍ਰਿੰਗ ਡਾਊਨ ਦੈਟ AQI ਲੈਵਲ, ਨਾਟ ਜਸਟ ਇਨ ਦ ਕੈਂਪਸ, ਇਨਸਾਈਡ ਦ ਕੈਂਪਸ, ਐਕਸਟਰਨਲੀ ਵੀ. ਕਿ ਇੰਟਰਨਲੀ ਤਾਂ ਤੁਸੀਂ ਮੈਨੇਜ ਕਰ ਲਓਗੇ, ਤੁਸੀਂ ਇੱਕ ਕਮਰੇ ਦੇ ਅੰਦਰ ਬੈਠੇ ਹੋ, ਤੁਸੀਂ ਆਪਣਾ ਰੂਮ ਪਿਊਰੀਫਾਇਰ ਲਗਾਇਆ, ਯੂਰ AQI ਵਿਲ ਕਮ ਡਾਊਨ. ਬਟ ਤੁਸੀਂ ਬਾਹਰ ਦਾ ਜਿਹੜਾ ਐਟਮੋਸਫੇਅਰ ਇਹਨਾਂ ਦਾ 70% ਜਿਹੜਾ ਓਪਨ ਐਨਵਾਇਰਨਮੈਂਟ ਹੈ, ਉਹਨੂੰ ਵੀ ਇਹ ਕੰਟਰੋਲਡ ਐਨਵਾਇਰਨਮੈਂਟ ਕਰ ਰਹੇ ਨੇ. ਸੋ ਦਿਸ ਇਜ਼ ਸਮਥਿੰਗ ਵੈਰੀ ਅਮੇਜ਼ਿੰਗ ਟੂ ਅੰਡਰਸਟੈਂਡ. ਜਿਹੜੇ ਇਨਵੈਸਟਰਸ ਨੇ ਜਾਂ ਫਿਰ ਵਾਕਈ ਇਹੋ ਜਿਹੇ ਲੋਕ ਜਿਹੜੇ ਕਿ ਘਰ ਬਾਏ ਕਰਨਾ ਚਾਹੁੰਦੇ ਨੇ ਆਪਣੀ ਲਾਈਫ ਟਾਈਮ ਦੀ ਇਨਵੈਸਟਮੈਂਟ ਲਾ ਕੇ, ਕੀ ਲੱਗਦਾ ਹੈਗਾ ਉਹਨਾਂ ਲਈ ਇਹ ਜਿਹੜਾ ਫੈਬਲਿਕਸ ਦਾ ਇੱਕ ਵੱਡਾ ਪ੍ਰੋਜੈਕਟ ਆ, ਉਹ ਕਿਸ ਤਰ੍ਹਾਂ ਦਾ ਹੋ ਸਕਦਾ? ਦੇਖੋ, ਇਹ ਥੋੜਾ ਜਿਹਾ ਪ੍ਰੀਮੀਅਮ ਪ੍ਰੋਡਕਟ ਅਸੀਂ ਕਹਿ ਸਕਦੇ ਹਾਂ. ਜੇ ਤੁਸੀਂ ਇਹਨੂੰ ਐਜ਼ ਅ ਲਿਵਿੰਗ ਵਾਸਤੇ ਦੇਖ ਰਹੇ ਹੋ ਕਿ ਮੇਰੇ ਕੋਲ ਘਰ ਨਹੀਂ ਹੈ, ਮੈਂ ਪਹਿਲਾ ਘਰ ਪਰਚੇਜ਼ ਕਰਨਾ ਹੈ, ਟਰਾਈ ਸਿਟੀ ਦੇ ਅਗਰ ਕੰਪੈਰੀਜ਼ਨ ਕਰੀਏ ਤਾਂ ਇਹਦਾ ਕਾਸਟ ਇਜ਼ ਕੁਆਇਟ ਹਾਇਰ, ਬਿਕੋਜ਼ ਇਟ ਗਿਵਸ ਯੂ ਦੈਟ ਫੀਲਿੰਗ ਆਫ ਲਗਜ਼ਰੀ ਇਨ ਦੈਟ. ਤੇ ਅਗਰ ਤੁਸੀਂ ਇਹਨੂੰ ਲੈ ਕੇ ਚੱਲਦੇ ਹੋ ਕਿ ਮੈਂ ਉਸ ਏਰੀਆ 'ਚ ਇਹਨੂੰ ਰੈਂਟ ਆਊਟ ਕਰਨਾ ਹੈ, ਦਿਸ ਇਜ਼ ਨਾਟ ਦ ਪ੍ਰੋਡਕਟ ਫॉर दैट.
ਇਹ ਤੁਹਾਡੇ ਆਪਣੇ ਕੰਜ਼ੰਪਸ਼ਨ ਲਈ ਹੈ। ਜਿਵੇਂ ਮੰਨ ਲਓ ਤੁਸੀਂ ਯੂ ਟਾਕ ਅਬਾਊਟ ਯੂ ਬਾਏ ਆਡੀ, ਯੂ ਬਾਏ ਮਰਸੀਡੀਜ਼, ਤੇ ਤੁਸੀਂ ਉਹ ਆਪਣੇ ਮਜ਼ੇ ਲਈ ਲੈਂਦੇ ਹੋ, ਆਪਣੇ ਚਲਾਉਣ ਲਈ ਉਹਨੂੰ ਬਾਏ ਕਰਦੇ ਹੋ। ਜੇ ਤੁਸੀਂ ਟੈਕਸੀ ਪਾਣੀ ਆ ਤਾਂ ਤੁਸੀਂ ਇਨੋਵਾ ਜਾਂ ਵਿੰਗਰ ਇੱਦਾਂ ਦੀ ਗੱਡੀਆਂ ਤੁਸੀਂ ਟੈਕਸੀ ਪਾਉਂਦੇ ਹੋ। ਸੋ ਇਟ ਇਜ਼ ਸਮਥਿੰਗ ਵਿਚ ਯੂ ਵਿਲ ਇੰਜੋਏ ਫॉर yourself, your family। ਤੁਸੀਂ ਅਗਰ ਉਸ ਏਰੀਆ 'ਚ ਰਹਿਣਾ ਪ੍ਰੈਫਰ ਕਰਦੇ ਹੋ, ਦਿਸ ਇਜ਼ ਵਨ ਆਫ ਦ ਬੈਸਟ ਥਿੰਗ ਦੈਟ ਯੂ ਕੈਨ ਹੈਵ ਅਰਾਊਂਡ। ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਥੈਂਕ ਯੂ ਸੋ ਮਚ। ਥੈਂਕ ਯੂ ਜੀ ਸੋ ਤੁਹਾਨੂੰ ਦੱਸ ਦਈਏ ਕਿ ਫੋਬਸ ਗਲੋਬਲ ਪ੍ਰਾਪਰਟੀਜ਼ ਹੈ ਜਿਹੜਾ ਉਹ ਫੈਬਲੈਕਸ ਦਾ ਇੱਕ ਇੰਨਾ ਵੱਡਾ ਪ੍ਰੋਜੈਕਟ ਐਨਸੀਆਰ ਦੇ ਵਿੱਚ ਲੈ ਕੇ ਆ ਰਿਹਾ, ਜੋ ਕਿ ਲਗਭਗ 11 ਟਾਵਰ ਇਹਦੇ ਹੋਣਗੇ। 33 ਤੋਂ 34 ਮੰਜ਼ਲਾ ਇਹ ਪ੍ਰੋਜੈਕਟ ਹੋਏਗਾ, ਜੋ ਕਿ ਇੱਕ ਬਹੁਤ ਵੱਡਾ ਲਗਜ਼ਰੀ ਫੀਲ ਹੈ ਜਿਹੜਾ ਉਹ ਦੇਗਾ। ਸੋ ਗੱਲਬਾਤ ਹੈ ਜਿਹੜੀ ਉਹ ਕਰਾਂਗੇ ਕਿ ਕਿਸ ਤਰ੍ਹਾਂ ਰੀਅਲ ਐਸਟੇਟ ਦੇ ਪੱਖ ਤੋਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ। सत श्रीकाल जी। ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਤੁਸੀਂ ਰੀਅਲ ਐਸਟੇਟ ਦੇ ਵਿੱਚ ਬਿਲਕੁਲ ਇਨਵੋਲਵ ਹੋ, ਐਨਸੀਆਰ ਵੱਲ ਬਹੁਤ ਵੱਡਾ ਪ੍ਰੋਜੈਕਟਾਂ ਤੇ ਕੰਮ ਕਰਦੇ ਹੋ, ਇਸ ਪ੍ਰੋਜੈਕਟ ਨੂੰ ਰੀਅਲ ਐਸਟੇਟ ਦੇ ਇੱਕ ਬਿਜ਼ਨਸਮੈਨ ਦੇ ਪਰਸਪੈਕਟਿਵ ਤੋਂ ਕਿਵੇਂ ਦੇਖਦੇ ਹੋ? देखो जी, बीइंग अ प्रोफेशनल, बीइंग अ कॉन्ट्रैक्टर इन दिस बिजनेस ऑफ रियल एस्टेट और कंस्ट्रक्शन में, और बीइंग अ बिल्डर, मैं ये कह सकता हूँ कि जो आजकल हमारे क्लाइंट्स की नीड है, जो समय की नीड है, एनवायरमेंटल नीड्स हैं, कुछ उनकी फैसिलिटीज़ की नीड है, वो कुछ चीज़ें इसमें डाली गई हैं। इस प्रोजेक्ट में कुछ की चीज़ें उन्होंने डाली गई हैं, और इसमें एक चीज़ और भी बहुत बेटर है कि जो इन्होंने इंफ्रास्ट्रक्चर बताया है, इंफ्रास्ट्रक्चर भी काफ़ी आज के समय के हिसाब से ठीक लग रहा है, क्योंकि जैसे आजकल लोगों का लाइफस्टाइल हो गया कि जैसे लोग अपने घर में आके एक तो बिल्कुल अपने एक क्लोज सोसाइटी में से के अंदर ही सब सारी अमेनिटीज़ चाहते हैं, और एक सारी जो है ना फैसिलिटीज़ चाहते हैं, सिक्योरिटी के हिसाब से समझ लीजिए आप, या अपनी लाइफस्टाइल उस हिसाब से हो जाए कि देखो जैसे आजकल हेल्थ इश्यूज बहुत हैं आजकल। देखो ये एक रियलिटी है कि AQI का बहुत बड़ा एक है इशू है आजकल, और वाटर का बहुत बड़ा इशू है, और साथ में जो सारे आपने जिनके बच्चे होते हैं छोटे, उनके लिए भी काफ़ी चीज़ें हैं। जो सारी चीज़ें अगर हमारे को एक स्थान पे मिल जाएंगी, हमारा ट्रैवलिंग टाइम बहुत बचाता है, हमारा क्वालिटी ऑफ लाइफ बहुत बचाता है। कि एक बारी अगर हम लोग घर पे आ गए, देन वी आर एट होम, देन वी आर नॉट रनिंग अराउंड कि आप एक एक चीज़ के लिए एक एक जगह जा रहे हैं और प्लानिंग कर रहे हैं, जाना है, कब जाना है, आज जाना है, कल जाना है। तो ये चीज़ें जो है ना काफ़ी सॉल्व हो जाती हैं जी। तो इसमें काफ़ी ये चीज़ें फ़ायदेमंद हैं कि जो इनको आजकल क्लाइंट हमसे मांगता है कि जब एक बिल्डिंग बनाता है कि जो देखो एक बिल्डिंग के अंदर अगर हम कोई जैसे प्लॉट बनाते हैं तो उनमें सब चीज़ें डालनी इतनी पॉसिबल नहीं होती। जी राइट। दैट इज़ ओनली गोइंग टू बी अ हाउस एज पर योर नीड्स। लेकिन जो बाहर की एक्टिविटीज़ है वो नहीं डाली जा सकती उसमें। उस हिसाब से ये आजकल लोग प्रेफर कर रहे हैं कि हमारे को सेफ्टी सिक्योरिटी मिल जाती है इन द क्लोज सोसाइटी, गेटेड सोसाइटी, और सारी फैसिलिटीज़ हमें अंदर में। दिस गोइंग टू बी वेरी नाइस फॉर दैट। अगर इन्वेस्टमेंट की गल करिए तो कोई भी इंसान जो इस प्रोजेक्ट के विच इन्वेस्टमेंट करेगा तो तुहानूं लगता है कि इन्वेस्टमेंट के पक्ष तो उहदे लिए कितना ज़्यादा बेटर रहेगा? देखो आने वाला समय अब जो है जिस हिसाब से जैसे एयरपोर्ट की कनेक्टिविटी है, या ये चारों तरफ से जिस प्रकार से कनेक्टेड है हर जगह से ही इक्वली, और उस हिसाब से तो इसकी लोकेशन बहुत अच्छी है। आने वाले इसमें टाइम में अप्रिसिएशन बहुत अच्छी होने वाली है फ्लैट्स में। व्हाट आई थिंक इज़ कि आज जो भी हम इन्वेस्ट करेंगे इसमें, दैट इज़ गोइंग टू ग्रो तो ये करेगा। देखो जो अगर फाइनेंसर की नज़र से देखें, जैसे इन्वेस्टर की नज़र से देखें, तो इट्स गोइंग टू ग्रो अ लॉट। और अगर हम इसको कैसे किसी यूज़र एंड की नज़र से देखते हैं तो जिस चीज़ प्राइस पे इसको ये एज एट दिस पॉइंट ऑफ टाइम मिल सकती है कोई चीज़, वो बाद में तो थोड़ा सा नहीं मिलेगी। ਇੱਕ ਬਹੁਤ ਵੱਡਾ ਸਵਾਲ ਇਹ ਹੈ ਕਿ ਅਸੀਂ ਜਦੋਂ ਹੁਣ ਇਨਵੈਸਟ ਕਰਦੇ ਹਾਂ ਤਾਂ ਅਕਸਰ ਅਸੀਂ ਫੋਰਨ ਕੰਟਰੀਜ਼ ਦਾ ਬਹੁਤ ਰੁਖ ਕਰ ਰਹੇ ਹਾਂ। ਲਾਈਕ ਅਗਲਾ ਕਹਿੰਦਾ ਕਿ ਦੁਬਈ ਦੇ ਵਿੱਚ ਘਰ ਲੈ ਲਓ, ਸੇਫਟੀ ਸਿਕਿਉਰਿਟੀ ਬਹੁਤ ਹੈ, ਲਗਜ਼ਰੀ ਬਹੁਤ ਹੈ। ਤੁਹਾਨੂੰ ਲੱਗਦਾ ਕਿ ਇਹੋ ਜਿਹੇ ਪ੍ਰੋਜੈਕਟ ਨੇ ਜਿਹੜੇ ਕਿਤੇ ਨਾ ਕਿਤੇ ਇਨਵੈਸਟਮੈਂਟ ਨੇ ਜਿਹੜੇ ਉਹ ਕੰਟਰੀ ਦੇ ਅੰਦਰ ਹੀ ਰੱਖਣ 'ਚ ਬਹੁਤ ਵੱਡਾ ਸਹਿਯੋਗ ਕਰਨਗੇ? देखो दैट इज़ ये भी अब आजकल बहुत बड़ा फैक्टर हो गया कि हमारा इंडिया भी अब काफ़ी जो है ना अच्छे इसकी इकोनॉमी हमारी ग्रो कर रही है, और हमारी फैसिलिटीज़ भी यहाँ अच्छी हो रही हैं, लोगों के लाइफस्टाइल भी अच्छे हो रहे हैं। उस हिसाब से तो ये बहुत फ़ायदेमंद है, क्योंकि देखो अब जिन्होंने फॉरेन कंट्री जाना उन्होंने जाना ही है, लेकिन जिन्होंने फॉरेन कंट्री नहीं जाना है, यहाँ रहना है, तो अगर यहाँ पे वैसी फैसिलिटीज़ हमारे को अब आज की मिलनी शुरू हो गई हैं और मिल रही हैं, वाई नॉट टेक द अपॉर्चुनिटी इन दैट वे। मिलनी चाहिए। ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਤੁਸੀਂ ਦੇਖਿਆ ਕਿ ਇੱਕ ਇਨਵੈਸਟਮੈਂਟ ਦੇ ਪੱਖ ਤੋਂ ਜਾਂ ਫਿਰ ਜੇ ਕੋਈ ਲਗਜ਼ਰੀ ਹਾਊਸ ਬਾਏ ਕਰਕੇ ਰਹਿਣਾ ਚਾਹੁੰਦਾ, ਆਪਣੀ ਲਾਈਫ ਨੂੰ ਬਹੁਤ ਲਗਜ਼ਰੀਅਸ ਤਰੀਕੇ ਦੇ ਨਾਲ ਸਪੈਂਡ ਕਰਨਾ ਚਾਹੁੰਦਾ, ਤਾਂ ਇੱਕ ਵੱਡਾ ਪ੍ਰੋਜੈਕਟ ਐਨਸੀਆਰ ਦੇ ਵਿੱਚ ਆ ਰਿਹਾ। ਇਸ ਪ੍ਰੋਜੈਕਟ ਦੇ ਵਿੱਚ ਹਰ ਉਹ ਫੈਸਿਲਿਟੀ ਹੋਏਗੀ ਜੋ ਫੈਸਿਲਿਟੀ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਕੇ ਲੈਂਦੇ ਹੋ। ਜਿਸ ਤਰ੍ਹਾਂ
ਜਿਮ ਹੋ ਗਿਆ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਦੀਆਂ ਫੈਸਿਲਿਟੀਆਂ ਨਾਲ ਇਹ ਵੀ ਜਿਹੜੇ ਗਲੋਬਲ ਦੀ ਜਿਹੜੀ ਪ੍ਰਾਪਰਟੀ ਹੈ ਉਹ ਇਹ ਵੀ ਕਲੇਮ ਕਰ ਰਹੇ ਨੇ ਕਿ AQI ਲੈਵਲ ਦਾ ਖਾਸ ਧਿਆਨ ਰੱਖਿਆ ਗਿਆ। ਇਸ ਤੋਂ ਇਲਾਵਾ ਤੁਹਾਨੂੰ ਹਰ ਛੋਟੀ ਤੋਂ ਛੋਟੀ ਸਵਿਮਿੰਗ ਪੂਲ ਬਣਾਇਆ ਗਿਆ ਤਾਂ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਪਾਣੀ ਤੁਹਾਨੂੰ ਦੇਣਾ ਹੈ, ਹਰ ਇੱਕ ਟੈਪ ਦੇ ਵਿੱਚ ਇੱਕ ਇਹੋ ਜਿਹਾ ਪਾਣੀ ਹੈ ਜੋ ਕਿ ਪੀਣ ਲਾਇਕ ਹੋਏਗਾ। ਸੋ ਬਹੁਤ ਸਾਰੀਆਂ ਫੈਸਿਲਿਟੀਜ਼ ਇਸ ਪ੍ਰੋਜੈਕਟ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ NCR ਦੇ ਵਿੱਚ ਵੇਖਣ ਨੂੰ ਮਿਲੇਗਾ। ਅੱਜ ਇੱਕ ਮੀਟਿੰਗ ਕਹਿ ਲਓ ਜਾਂ ਇੱਕ ਪਲਾਨ ਦੇਣ ਵਾਸਤੇ ਵੱਡਾ ਇਵੈਂਟ ਆਰਗੇਨਾਈਜ਼ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ। ਗੱਲਬਾਤ ਦੇ ਲਈ ਸਾਡੇ ਨਾਲ ਉਹਨਾਂ ਵਨ ਆਫ ਡਾਇਰੈਕਟਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। थैंक यू। ਅਗਰ ਸਟਾਰਟਿੰਗ ਦੀ ਗੱਲ ਕਰੀਏ ਫਰਮ ਸਟਾਰਟਿੰਗ ਕਿ ਬਹੁਤ ਵੱਡਾ ਪ੍ਰੋਜੈਕਟ NCR ਦੇ ਵਿੱਚ ਤੁਸੀਂ ਲੈ ਕੇ ਆ ਰਹੇ ਹੋ, ਇਸ ਪ੍ਰੋਜੈਕਟ ਨੂੰ ਲੋਕਾਂ ਦੇ ਅਗਰ ਦਿਮਾਗ ਦੇ ਵਿੱਚ ਆਪਾਂ ਇਹ ਕਰਨਾ ਹੈ ਕਿ ਬਹੁਤ ਇੰਪੋਰਟੈਂਟ ਹੈ, ਬਹੁਤ ਵੱਡਾ ਹੈ, ਲਗਜ਼ੂਰੀਅਸ ਹੈ, ਤਾਂ ਕਿਹੜੇ ਇਹੋ ਜਿਹੇ ਕੀ ਪੁਆਇੰਟਸ ਨੇ ਕਿ ਜਿਹੜੇ ਲੋਕਾਂ ਨੂੰ ਵੀ ਲੱਗਣ ਕਿ ਸਾਡੀ ਲਾਈਫ 'ਚ ਬਹੁਤ ਇੰਪੋਰਟੈਂਟ ਨੇ? सबसे मेन बात यह है कि हम कोई फ्लैट नहीं बेच रहे, हम लाइफ स्टाइल बेच रहे हैं। आज की डेट में ना फ्लैट्स तो हर कोई बेच रहा है और हर कोई ले रहा है। लाइफ स्टाइल जो है ना जीने के लिए, जैसे हम इसमें AQI लेवल लेके आए हैं। आज की डेट में सबसे बड़ा NCR का मुद्दा ही AQI लेवल है। तो सबसे बड़ी बात यह है, तो लाइफ स्टाइल जीने के लिए ये लग्जरियस लाइफ स्टाइल से ही आएगा। तो हम लाइफ स्टाइल बेच रहे हैं, हम लाइफ स्टाइल दे रहे हैं लोगों को, और एक सोसाइटी दे रहे हैं जहाँ की एक फील आए कि हाँ एक रिच फील भी आए और एक लग्जरियस फील भी आए। तो उसी को देखते हुए फोर्ब्स को हम जब इंडिया लेके आए हैं तो फोर्ब्स के हिसाब से ही हम इसमें AQI लेवल और लाइफस्टाइल उस चीज़ को लेके आए हैं। ਜੀ ਬੱਚਿਆਂ ਦੇ ਕਿਉਂਕਿ ਫੈਮਿਲੀ ਹੈ ਤਾਂ ਫॉर श्योर चिल्ड्रन भी ने ਉਹਦੇ ਚ ਬਜ਼ੁਰਗ ਵੀ ਨੇ, ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਫੈਸਿਲਿਟੀਜ਼ ਨੂੰ ਕ੍ਰੀਏਟ ਕਰ ਰਹੇ ਹੋ? इसमें हमने बहुत सारी फैसिलिटीज़ दी हैं। इसके अंदर हमने काफ़ी एमिनिटीज़ दी हैं, जैसे कि ओल्ड एज के हिसाब से भी, बच्चों के हिसाब से भी। बच्चों के जैसे किड्स पूल अलग से हैं, ऑल वेदर पूल अलग हैं। अंदर ही हमने बैडमिंटन कोर्ट और टेनिस कोर्ट और बास्केटबॉल कोर्ट और क्रिकेट के लिए भी, और काफ़ी एमिनिटीज़ हमने डेवलप की हैं। इसमें करीबन 60 से 65 एमिनिटीज़ हमने डेवलप करी हैं। जैसे बच्चों की अलग होगी, लेडीज़ की अलग होगी, जेंट्स के लिए अलग होगी। तो एक अलग ही फील आएगी अंदर बच्चों को, चाहे जेंट्स हों चाहे बुजुर्ग हों, कोई भी हों। तो सभी के लिए हमने अलग अलग एमिनिटीज़ डेवलप करी हैं इसके अंदर। ਜੀ ਜੇ ਇਨਵੈਸਟਮੈਂਟ ਦੇ ਪੱਖ ਤੋਂ ਦੇਖਿਆ ਜਾਵੇ ਕਿ ਕਿਉਂਕਿ ਜਿਹੜਾ ਘਰ ਹੈ ਉਹ ਲਾਈਫ ਦਾ ਬਹੁਤ ਵੱਡਾ ਇੰਪੋਰਟੈਂਟ ਇੱਕ ਚੀਜ਼ ਹੈ ਜਿਹੜੀ ਕਿ ਬੰਦਾ ਲੰਬੇ ਸਮੇਂ ਤੋਂ ਮਿਹਨਤ ਤੋਂ ਬਾਅਦ ਬਣਾਉਂਦਾ ਹੈ। ਸੋ ਤੁਹਾਡੇ ਅਗਰ ਇਸ ਪ੍ਰੋਜੈਕਟ ਤੇ ਕੋਈ ਇਨਵੈਸਟਮੈਂਟ ਕਰਦਾ ਹੈ, ਘਰ ਚੂਜ਼ ਕਰਦਾ ਹੈ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਸ ਬੰਦੇ ਦੇ ਲਈ ਇਹ ਹੈ ਕਿ ਹਾਂ ਉਹਨੂੰ ਇਹੀ ਬਾਏ ਕਰਨਾ ਚਾਹੀਦਾ ਹੈ? ਕੁਝ ਖਾਸੀਅਤ ਕੀ ਹੈ, ਕੀ ਕੁਝ ਹੈ ਇਹਦੇ ਵਿੱਚ? आज अगर हम इसकी रेट की बात करें तो उस सराउंडिंग के अंदर हमारा रेट सबसे कम है। अगर लग्जरीज की बात करें तो आज हम जो रेट इसका अप्रोच कर रहे हैं, आज जो रेट हम बोल रहे हैं, हम एक्सपेक्टेड करते हैं कि डिलीवरी पे शायद यहाँ से डबल हो जाएगा, जो हो ही जाएगा, क्योंकि फोर्ब्स अपने आप में वर्ल्ड वाइड ब्रांड है और वो 15 लाख करोड़ का ब्रांड है। फोर्ब्स छोटा ब्रांड नहीं है, सबसे बड़ी बात। तो उसको देखते हुए चल रहे हैं। आज भी हमारा प्रोजेक्ट अंडर वैल्यूएशन है, बट हम ये चाहते हैं कि हमारा प्रोजेक्ट हर घर तक पहुंचे, हर आदमी तक पहुंचे, और लोग जाने की फोर्ब्स चीज़ क्या है। अगर एग्जैक्ट लोकेशन की बात करें, ਕਿਹੜੀ एग्जैक्ट लोकेशन है, ਤੇ अगर कोई कॉन्टैक्ट करना चाहता ਤੁਹਾਡੇ ਲਈ ਇਸ प्रोजेक्ट ਲਈ ਤਾਂ ਦੋ ਚੀਜ਼ਾਂ ਜ਼ਰੂਰ ਦੱਸੋ। देखो, जैसे आज की डेट में DLF किमिलिया है, आदमी क्या कहता है मेरे को किमिलिया जाना है, तो एड्रेस तो हम अपने आप बना देंगे। ऑलरेडी ये एड्रेस बिल्कुल गौड़ चौक, चार मूर्ति चौक बोलते हैं, वहीं है ऑलरेडी। हालांकि एड्रेस हमारा ऑलरेडी बहुत अच्छा है, बट एड्रेस हम बना देंगे कि आदमी कहेगा मुझे फोर्ब्स जाना है, तो कोई टैक्सी वाला ये नहीं पूछेगा कहाँ जाना है, फोर्ब्स जाना है, बैठिए सर फोर्ब्स छोड़ दें। जी, तो एड्रेस तो हम बनाएंगे इसको। जी जी। और दूसरी बात, अगर आप कांटेक्ट करना हो किसी को, वो प्रोजेक्ट चाहिए, तो उसके लिए कॉन्टैक्ट के लिए हमारे इधर जितने भी हमारे चैनल पार्टनर्स हैं, जितने भी हमारे जॉइंट पार्टनर्स हैं, उनसे कहीं भी कॉन्टैक्ट करते हैं। हम ऑलरेडी अब जीरकपुर में भी ऑफिस सेटअप करने जा रहे हैं। आज हमने यहाँ सेटअप के लिए हमने जो इवेंट किया है, आज स्टार्टिंग है हमारी। अब जीरकपुर में हमारा ऑफिस सेटअप हो जाएगा। ऑलरेडी हमारा नोएडा में सेटअप है, और दिल्ली में सेटअप है, गुड़गांव में सेटअप है हमारा, कश्मीर सेटअप है हमारा, हमारा कानपुर, लखनऊ, मतलब हमारा पैन इंडिया सेटअप है। जी। तो अब जीरकपुर में आए हैं तो यहाँ से बड़ा बिजनेस लेके जाएंगे। जी, बहुत थैंक यू ਤੁਹਾਡਾ। थैंक यू। ਸੋ ਅਗਰ ਤੁਸੀਂ ਇਸ ਪ੍ਰੋਜੈਕਟ ਨੂੰ ਖਰੀਦਣ ਦੇ ਲਈ, ਇਨਵੈਸਟਮੈਂਟ ਦੇ ਲਈ ਗੱਲਬਾਤ ਕਰਨੀ ਚਾਹੁੰਦੇ ਹੋ, ਕੰਟੈਕਟ ਕਰਨਾ ਚਾਹੁੰਦੇ ਹੋ, ਤਾਂ ਜ਼ੀਰਕਪੁਰ ਦੇ ਵਿੱਚ ਵੀ ਇੱਕ ਦਫ਼ਤਰ ਹੈ ਜਿਹੜਾ ਉਹ ਖੋਲ੍ਹ ਦਿੱਤਾ ਗਿਆ ਹੈ। ਇਸ ਦਫ਼ਤਰ ਦੇ ਵਿੱਚ ਪਹੁੰਚ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ फोर्ब्स ਦੇ ਰਿਗਾਰਡਿੰਗ। ਸੋ ਹੋਰ ਟੀਮ ਮੈਂਬਰਸ ਨੇ ਗੱਲਬਾਤ ਕਰਾਂਗੇ। स्वागत है सर, बहुत बहुत। क्या नाम है आपका? मेरा नाम अजय है, अजय। एंड वी आर एक्सक्लूसिव चैनल पार्टनर्स फॉर फोर्ब्स एंड वन ग्लोबल डेवलपर्स फॉर नॉर्थ इंडिया।
ਇਸ ਪ੍ਰੋਜੈਕਟ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਤੁਸੀਂ ਕਿਵੇਂ ਦੇਖ ਰਹੇ ਹੋ ਕਿਉਂਕਿ ਪ੍ਰੋਜੈਕਟ ਜੇਕਰ ਚੰਡੀਗੜ੍ਹ ਦੇ ਵਿੱਚ ਆ ਕੇ ਇਸ ਨੂੰ ਐਕਸਪੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਦਿੱਲੀ NCR ਆ ਕੇ ਇਨਵੈਸਟ ਕਰੋ ਤਾਂ ਤੁਸੀਂ ਕਿਵੇਂ ਦੇਖਦੇ ਹੋ Okay, a very good question. I have about 35 years of experience in real estate. This is one of the very few projects which is under the guidance and monitoring of Supreme Court. इसकी सारी मॉनिटरिंग जो प्रोजेक्ट कंस्ट्रक्शन एंड डिलीवरी इज़ बाय सुप्रीम कोर्ट एंड NBCC जो एक अपने आप में गवर्नमेंट की नवरत्न PSU कंपनी है एंड इट इज़ बीन डिज़ाइन बाय द टॉप आर्किटेक्ट्स एंड आइसिंग ऑन द केक इज़ द फोर्ब्स ब्रांड. फोर्ब्स अपने आप में इतना बड़ा ब्रांड है कि इट नीड्स नो इंट्रोडक्शन एंड दिस इज़ फर्स्ट प्रोजेक्ट ऑफ फोर्ब्स इन इंडिया and the first project in Greater Noida West. So we want people of Chandigarh and around to invest in this project because it is very safe, it is world's top brand and जैसा अभी राजेश जी ने बताया कि ये प्रोजेक्ट लग्जरी के साथ साथ वेलनेस हेल्थ ओरिएंटेड प्रोजेक्ट है. इसमें जो भी एक फैमिली नीड्स होती हैं किड्स टू कपल्स टू सीनियर सिटीजन उनके ऐसे प्रोग्राम्स डिज़ाइंड हैं कि उनकी जो हेल्थ इश्यूज़ विल बी टेकन केयर ऑफ. और AQI मैनेज होने की वजह से मुझे लगता है कि आज हम लोग लैक्स ऑफ रुपीज़ हेल्थ में इन्वेस्ट करते हैं उसके बाद भी हम लोगों के हेल्थ रिजॉल्व नहीं होती बिकॉज हम लोग उसके कॉज पे नहीं जाते. अब यहाँ पे जो लिविंग है वो AQI इतना मैनेज होगा बिलो 50 होगा तो बहुत सारी जो इलनेस रिलेटेड टू एनवायरनमेंट है पोल्यूशन है वो होंगी ही नहीं. फिर वेलनेस प्रोग्राम्स होंगे. मुझे तो लगता है कि यहाँ पर ये इन्वेस्टमेंट हम फ्लैट्स के साथ साथ अपनी लाइफ को जो एक्सटेंड करने के लिए ऐसे प्रोजेक्ट की लिविंग में तो हमारी लाइफ 5 to 10 ईयर्स मिनिमम एक्सटेंड होगी ही होगी. अब आते हैं रिटर्न ऑन इन्वेस्टमेंट. इस प्रोजेक्ट की वैल्यूएशन इतनी जेन्युइन और रियलिस्टिक है कि इसके अंदर 3 इयर्स के अंदर ये 90 to 100% अप्रिशिएट करेगा ही करेगा बिकॉज 3 करोड़ ऑनवर्ड्स आज की डेट में किसी भी अच्छे सिटी में चाहे वो यूनियन टेरिटरी हो 3 बेडरूम अपार्टमेंट अगर लग्जरी के नाम पे बिकता है तो वो 3 करोड़ से नहीं वो कहीं ज़्यादा होता है. और ये कंस्ट्रक्शन लिंक्ड है. इसमें हमें पेमेंट्स 2 से 2.5 साल में देनी है. देन ये बैंक फाइनेंस्ड भी है. सो मुझे तो लगता है इसके अंदर हर एक जो पैसा इन्वेस्ट हो रहा है वो हमारा मनी और हेल्थ दोनों का अप्रिशिएशन होगा. ਇਹਦੇ 'ਚ ਇੱਕ ਕੁਐਸਚਨ ਇਹ ਹੈ ਕਿ ਜਿਸ ਤਰ੍ਹਾਂ ਕਈ ਹੁੰਦੇ ਕਿ ਇਹ ਪ੍ਰੋਜੈਕਟ 1 BHK ਹੈ 2 BHK ਹੈ 3 BHK है. एक एग्जैक्ट प्लान है कि कितने BHK तक ये है जी 3 BHK प्लस स्टडी. अब वो 4 BHK प्लस स्टडी वो स्टडी रूम में हमारे पास ऑप्शन होती है. कोई उसको एज ए सर्वेंट्स क्वार्टर्स यूज़ कर सकता है क्योंकि वो अटैच टॉयलेट्स के साथ है. अगर 3 BHK फ्लैट है तो 4 टॉयलेट्स हैं और बहुत सारे इसके अंदर फैसिलिटीज़ दी गई हैं. हर टावर में देयर विल बी 4 flats on each floor and 4 lifts in each tower. So which is additional facilities for the residents कि उनको उनका वेटिंग टाइम कम हो जाएगा. फिर हर टावर में 3 स्पेसेस असेंबली एरियाज दिया गया है. वहाँ फ्लैट्स नहीं बनाए गए हैं असेंबली एरियाज दिए गए हैं. वो असेंबली एरियाज रेजिडेंट्स कैसे भी आपस में यूज़ कर सकते हैं. सो इस तरह की बहुत छोटी छोटी बातों पे बहुत डिटेलिंग से ख्याल रखा गया है. अगर कोई भी कस्टमर इसमें डिटेल्ड 1-to-1 करेगा सो इट इज़ ऑल वैल्यू फॉर मनी. ਥੈਂਕ ਯੂ ਵੈਰੀ ਮਚ. ਸੋ ਆਪਾਂ ਜਾਣਦੇ ਹਾਂ ਕਿ ਚੰਡੀਗੜ੍ਹ ਮੋਹਾਲੀ ਦੇ ਵਿੱਚ AQI ਲੈਵਲ ਹੈ ਜਿਹੜਾ ਉਹ ਮੋਸਟ ਪ੍ਰੋਬਬਲੀ 50 ਦੇ ਕਰੀਬ ਰਹਿੰਦਾ ਹੈ ਪਰ ਦਿੱਲੀ ਦੇ ਵਿੱਚ ਲੋਕ ਇਸੇ ਕਰਕੇ ਇਨਵੈਸਟ ਕਰਨ ਤੋਂ ਡਰਦੇ ਨੇ ਕਿ ਉੱਥੇ AQI ਲੈਵਲ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੈ. ਹੈਲਥ ਪ੍ਰੋਬਲਮ ਬਹੁਤ ਜ਼ਿਆਦਾ ਨੇ. ਸੋ ਗਲੋਬਲ ਦਾ ਜਿਹੜਾ ਇਹ ਪ੍ਰੋਜੈਕਟ ਹੈ ਉਹ ਇਸ ਚੀਜ਼ ਨੂੰ ਬਹੁਤ ਧਿਆਨ ਦੇ ਵਿੱਚ ਰੱਖ ਕੇ ਬਣਾਇਆ ਜਾ ਰਿਹਾ ਹੈ ਕਿ ਲੋਕਾਂ ਦੀ ਹੈਲਥ ਹੈ ਜਿਹੜੀ ਉਹਨੂੰ ਤਰਜੀਹ ਦਿੱਤੀ ਗਈ ਹੈ. AQI ਲੈਵਲ ਤੇ ਹੋਰ ਬਹੁਤ ਸਾਰੀਆਂ ਵੱਖ-ਵੱਖ ਚੀਜ਼ਾਂ ਤੇ ਖਾਸ ਧਿਆਨ ਦਿੱਤਾ ਗਿਆ. ਸੋ ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਗਲੋਬਲ ਦਾ ਇਹ ਪ੍ਰੋਜੈਕਟ ਹੈ ਜਿਹੜਾ ਉਹ ਕਿੰਨਾ ਵੱਡਾ ਹੋ ਕੇ ਫੋਰਬਸ ਗਲੋਬਲ ਦਾ ਇਹ ਪ੍ਰੋਜੈਕਟ ਕਿੰਨਾ ਵੱਡਾ ਹੋ ਕੇ ਉੱਭਰਦਾ ਹੈ. ਕਿਸ ਤਰ੍ਹਾਂ ਲੋਕ ਇਸ ਦੇ ਵਿੱਚ ਇਨਵੈਸਟ ਕਰਦੇ ਨੇ ਪਰ ਜੋ ਪ੍ਰੈਜੈਂਟੇਸ਼ਨ ਦੇ ਹਿਸਾਬ ਨਾਲ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਹੀ ਬਾਕਮਾਲ ਦੀਆਂ ਵਿਸ਼ੇਸ਼ਤਾਵਾਂ ਬਾਕਮਾਲ ਦੀਆਂ ਸਹੂਲਤਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ. ਸੋ ਫੋਰਬਸ ਦੇ ਇਸ ਪ੍ਰੋਜੈਕਟ ਦੇ ਨਾਲ ਸੰਬੰਧਿਤ ਗੱਲਬਾਤ ਹੋਰ ਵੀ ਕਰਾਂਗੇ. ਸਾਡੇ ਨਾਲ ਇੱਕ ਕਪਲ ਨੇ ਜੋ ਐਜ਼ ਅ ਟੀਮ ਮੈਂਬਰ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ. ਮੈਮ ਇਸ ਪ੍ਰੋਜੈਕਟ ਦੇ ਵਿੱਚ ਐਜ਼ ਅ ਟੀਮ ਮੈਂਬਰ ਤੋਂ ਇਲਾਵਾ ਐਜ਼ ਅ ਜੇ ਤੁਸੀਂ ਕਪਲ ਮੰਨ ਲਓ ਤੁਸੀਂ ਇਹ ਪ੍ਰੋਜੈਕਟ ਲੈਣਾ है ਤੁਸੀਂ खुद इन्वेस्ट करना है ਤਾਂ ਕਿਹੜੀਆਂ ਚੀਜ਼ਾਂ ਤੁਹਾਨੂੰ ਬਹੁਤ ਅੱਛੀਆਂ ਲੱਗ ਰਹੀਆਂ ਨੇ? देखो सबसे पहले जो इन्होंने अभी जो पॉल्यूशन
बढ़ रहा है दिल्ली एनसीआर में, तो इन्होंने जो इन्वायरमेंट क्रिएट किया है इसमें प्रोजेक्ट में, तो वो इसका यूएसपी है। तो मुझे ये बहुत अच्छा लगा। ऑब्वियसली फॉर्ब्स है तो ब्रांड भी साथ में एक आएगा, तो ब्रांड है तो ऑब्वियसली जो कमिटमेंट्स इन्होंने दी है वो पूरी ज़रूर करेंगे ਜੀ। ਅਗਰ ਐਜ਼ ਅ ਫੈਮਿਲੀ ਤੁਸੀਂ ਉਹ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰਨਾ ਹੈ ਤਾਂ ਐਜ਼ ਅ ਫੈਮਿਲੀ ਦੇ ਪਰਸਪੈਕਟਿਵ ਤੋਂ ਤੁਹਾਨੂੰ ਲੱਗਦਾ ਹੈ ਕਿ ਕਿਹੜੇ-ਕਿਹੜੇ ਪਲੱਸ ਪੁਆਇੰਟ ਨੇ ਇਸ ਪ੍ਰੋਜੈਕਟ ਦੇ? सी अपार्ट फ्रॉम जो यूएसपी जो मैम ने बताया अभी कि ग्लोबल ब्रांड है, मेंटेनेंस हमेशा इनके पास रहेगी, तो हम मेंटेनेंस की स्टैंडर्ड्स की एक्सपेक्टेशन कर सकते हैं कि हमसे टॉप क्लास रहने वाला है। प्लस पॉल्यूशन जो हमारा सबके लिए एक बड़ा एक प्रॉब्लम हो रहा है, और पूरा दिल्ली एनसीआर नहीं पूरे इंडिया के अंदर हमने देखा लास्ट 3-4 मंथ्स बैक कितना इशू था पॉल्यूशन के साथ, और वाटर पॉल्यूशन भी बहुत ज़्यादा है, एयर पॉल्यूशन भी है। तो ये प्रोजेक्ट एक एक्चुअली एक फ्रेशनिंग अप्रोच लेके आया है सबके लिए, और मैं ये एक्सपेक्ट करता हूँ कि हम जहाँ पे भी रहें हमारे को अपनी इन्वेस्टमेंट को डाइवर्सिफाई करना चाहिए। और दिल्ली एनसीआर एक ऐसा एक प्लेस है जहाँ पे आपका जो एप्रिसिएशन है बहुत ह्यूज होता है, ठीक है। तो अगर हम पंजाब की बात करें और दिल्ली की बात करें, इट इज़ ऑलवेज अ डिफरेंस। सो प्लस पॉइंट्स सारे ही प्लस पॉइंट है, इसमें नेगेटिव तो बता ही नहीं सकते बिल्कुल। ਐਜ਼ ਅ ਟੀਮ ਮੈਂਬਰ ਜੇ ਤੁਹਾਡੇ ਨਾਲ ਗੱਲ ਕਰੀਏ, ਐਜ਼ ਅ ਟੀਮ ਮੈਂਬਰ ਤੁਹਾਨੂੰ ਇਹ ਲੱਗਦਾ ਕਿਉਂਕਿ ਚੰਡੀਗੜ੍ਹ ਦਾ AQI ਲੈਵਲ ਆਲਰੇਡੀ ਬਹੁਤ ਘੱਟ ਹੈ, ਪੋਲਿਊਟਡ ਸਿਟੀ ਨਹੀਂ ਹੈ, ਬਟ ਦਿੱਲੀ ਆਲਰੇਡੀ ਪੋਲਿਊਟਡ ਹੈ, ਤਾਂ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਉੱਥੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ? AQI ਲੈਵਲ ਤਾਂ ਹੈ ਹੀ, ਪਰ ਉਸ ਤੋਂ ਇਲਾਵਾ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨਹੀਂ ਮਿਲ ਰਹੀਆਂ, ਉੱਥੇ ਫੈਸਿਲਿਟੀਜ਼ ਜ਼ਿਆਦਾ ਮਿਲ ਰਹੀਆਂ? फस्ट ऑफ ऑल मैं ये कहना चाहूँगा कि ਜਿਹੜਾ ਅਸੀਂ ਕਹਿੰਦੇ ਨੇ ਕਿ ਪੋਲਿਊਸ਼ਨ ਘੱਟ ਹੈਗਾ ਚੰਡੀਗੜ੍ਹ 'ਚ ਤੇ ਦਿੱਲੀ 'ਚ ਜ਼ਿਆਦਾ ਹੈਗਾ, ਇਹ ਸਾਡੀ ਸੋਚ ਹੈਗੀ। ਪੋਲਿਊਸ਼ਨ ਦਾ ਲੈਵਲ ਪੰਜਾਬ ਦੇ ਉੱਤੇ ਜਿਵੇਂ AQI ਲੈਵਲ ਪਹੁੰਚਦਾ ਹੈ ਤੇ ਉਹ ਪੋਲਿਊਟਡ ਸਿਟੀ ਹੀ ਮਾਨੀ ਜਾਂਦੀ ਹੈ। ਅਗਰ ਅਸੀਂ ਵੇਖਿਆ ਹੈ ਕਿ ਚੰਡੀਗੜ੍ਹ ਵੀ 200 ਦੇ ਨੇੜੇ ਤੇੜੇ ਸੀਗਾ, ठीक है। तो पॉल्यूशन का जो बेंचमार्किंग है वो हमारे इंडिया में कुछ अलग ही हो चुका है। इनफैक्ट मशीन्स के पास स्प्रिंकलर करके और हम लोग पॉल्यूशन लेवल नापते हैं। सो इट्स जस्ट मिथ कि पॉल्यूशन लेवल जो हमारा कम है और ज़्यादा है। इस बार तो हमने देखा हिमाचल तक में पॉल्यूशन लेवल बहुत हाई था। सो ये प्रॉब्लम सबके लिए है, और स्पेशली जहाँ पे जो फैमिलीज़ हैं, बच्चे हैं, बुज़ुर्ग हैं, उनके लिए और भी ज़्यादा है। तो ये एक कॉमन कंसर्न है, नेशनल कंसर्न है। दूसरी चीज़ मैं ये बोलना चाहूँगा कि इन्वेस्टमेंट का जो एप्रिसिएशन है, हम लोग इन्वेस्टमेंट क्यों करते हैं? क्योंकि हमें उसका एप्रिसिएशन मिले, है ना। और नोएडा इज़ ए प्लेस जो कि बहुत ही फास्ट डेवलपिंग है। आपका जेवर का एयरपोर्ट भी स्टार्ट हो गया है, और ये जो बेल्ट है जहाँ पे ये प्रोजेक्ट है बहुत ही हाईली एक्टिव, हाईली कमर्शलाइज एंड हाईली रेजिडेंशियल एरिया है, विद ऑल द एमिनिटीज़, विद ऑल द लेटेस्ट एमिनिटीज़ एंड ऑल द अपग्रेडेड एमिनिटीज़। सो आई डोंट सी एनी रीज़न व्हाटसोएवर कि हम वहाँ पे इन्वेस्ट क्यों ना करें। जी मैम, लास्ट क्वेश्चन टू यू कि बहुत ज़्यादा अगर कॉस्ट की गल करिए तो फॉर श्योर इन्नियां फैसिलिटीज़ ने तो कॉस्ट कंपैरेटिवली ज़्यादा होएगी। सो कॉस्ट तुहानूं लगदा है कि इस चीज़ नूं डिफाइन करदी है कि जिन्ना लग्जरीस दे रहे ने उस अकॉर्डिंग जिहड़ी उहदी कीमत है वो ठीक है? बिल्कुल। जो फॉर्ब्स यूएसबी दे रहे हैं अपने प्रोजेक्ट में, आसपास की किसी भी सोसाइटीज़ में वो नहीं है। अगर एमिनिटीज़ अच्छी मिल रही है, एप्रिसिएशन अच्छा मिल रहा है, और प्रोजेक्ट में जो ग्रोथ है और जो इन्वायरमेंट है उसके लिए अगर थोड़ा सा एक्स्ट्रा इन्वेस्टमेंट भी हो जाए तो डजेंट मैटर। उससे क्या हो रहा है कि हमें एक ब्रांड की एक प्रॉपर हमें मिल रही है, एक जो ब्रांड हमें देना चाहता है कि कमिटमेंट वो पूरी कर रहा है। तो उसके लिए थोड़ी सी इन्वेस्टमेंट अलग हो या ज़्यादा हो तो कोई फ़र्क नहीं पड़ता, बट ऑलमोस्ट सेम ही है, कोई ज़्यादा फ़र्क नहीं है। जी इनफैक्ट आई वुड लाइक टू ऐड हियर कि जो हम इन्वेस्टमेंट की बात करते हैं, हम पर स्क्वायर फीट की बात कर रहे हैं, तो वो बहुत ही रीजनेबली प्राइस है। नोएडा एक्सटेंशन, नोएडा का ऑलरेडी प्राइस बहुत हाई है पर स्क्वायर फीट। इट इज़ जस्ट कि क्योंकि ये एरिया भी बड़ा दे रहे हैं तो इस वजह से हमें थोड़ी सी इन्वेस्टमेंट, टोटल इन्वेस्टमेंट ज़्यादा लग रही है, बट अगर पर स्क्वायर फीट की बात करते हैं तो इट इज़ वेरी वेरी रीजनेबल। थैंक यू वेरी मच। थैंक यू। ਸੋ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਬਹੁਤ ਜ਼ਿਆਦੀਆਂ ਫੈਸਿਲਿਟੀਜ਼ ਦੇ ਕੇ ਇੱਕ ਛੋਟੀ ਅਮਾਊਂਟ ਹੈ ਜਿਹੜੀ ਉਹ ਵੱਧ ਦੇਣੀ ਪੈ ਰਹੀ ਹੈ ਤੁਹਾਨੂੰ ਬਾਕੀ ਪ੍ਰੋਜੈਕਟ ਦੇ ਕੰਪੈਰੀਟਿਵਲੀ, ਤਾਂ ਇਹਦੇ 'ਚ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਜਿਹੜੀਆਂ ਉਹ ਵੱਧ ਨੇ। ਸੋ ਆਉਣ ਵਾਲੇ ਇਸ ਪ੍ਰੋਜੈਕਟ ਦੇ ਉੱਪਰ ਸਭ ਦੀਆਂ ਨਜ਼ਰਾਂ ਜਿਹੜੀਆਂ ਉਹ ਜ਼ਰੂਰ ਟਿਕਣਗੀਆਂ, ਕਿਉਂਕਿ ਬਹੁਤ ਸਾਰੇ ਚੰਡੀਗੜ੍ਹ ਜਾਂ ਕਹਿ ਲਓ ਕਿ ਟਰਾਈ ਸਿਟੀ ਦੇ ਬਹੁਤ ਸਾਰੇ ਇਹੋ ਜਿਹੇ ਇਨਵੈਸਟਰ ਨੇ ਜਿਹੜੇ ਕਿ ਚਾਹੁੰਦੇ ਨੇ ਕਿ ਉਹ ਇਸ ਸਿਟੀ ਤੋਂ ਬਾਹਰ ਜਾ ਕੇ ਵੀ ਕਿਸੇ ਨਾ ਕਿਸੇ ਪ੍ਰੋਜੈਕਟ 'ਤੇ ਇਨਵੈਸਟ ਕਰਨ। ਸੋ ਆਉਣ ਵਾਲੇ ਸਮੇਂ ਦੇ ਵਿੱਚ ਫੋਬਸ ਦੇ ਇਸ ਪ੍ਰੋਜੈਕਟ ਨੂੰ ਬਹੁਤ ਹੀ ਧਿਆਨ ਨਾਲ ਤੇ ਬਹੁਤ ਹੀ ਸਾਹਮਣੇ ਹੋ ਕੇ ਦੇਖਿਆ ਜਾਏਗਾ ਕਿਸ ਤਰ੍ਹਾਂ ਦਾ ਇਹ ਪ੍ਰੋਜੈਕਟ ਰਹਿਣ ਵਾਲਾ ਹੈ। ਚੰਡੀਗੜ੍ਹ ਤੋਂ ਮੇਰੇ ਨਾਲ ਕੈਮਰਾਮੈਨ ਆਕਾਸ਼।